सत श्री अकाल जी दा खालस टीवी देखने वाले देश दुनिया के साडे सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 11 फरवरी है, दिन शुक्रवार है। खबरां दे विस्तार तो पहलां तुहानूं अज दा इतिहास दस दिंदे हां। 10वें पातशाह श्री गुरु गोबिंद सिंह साहिब दे पहले फरजंद शहीद साहिबजादा बाबा अजीत सिंह जी का अज जन्मदिन है, जिन्हां ने चमकौर दी असावीं जंग दे विच लासानी शहादत दित्ती सी ते गुरु साहिब दे साहिबजादियां दी लासानी शहादत नूं लासानी जिंदगी नूं देखते हुए उन्हां वास्ते इस तुक दा जाप कीता जांदा है। जम्मिया पूत भगत गोबिंद का, प्रगटिया सब महै लिखिया तुर का। लखीमपुर खीरी कतलकांड के मुख मुलजम ਅਤੇ मंत्री पुत्र आशीष मिश्रा ਨੂੰ ਜ਼ਮਾਨਤ ਦੇ ਦਿੱਤੀ ਹੈ ਇਲਾਹਾਬਾਦ ਹਾਈ ਕੋਰਟ ਨੇ, जिस तो बाद सियासत भी भख गई है ਅਤੇ किसानां ਦੇ ਜ਼ਖਮ भी ਅੱਲੇ हो गए ने। प्रियंका गांधी ने कहा कि प्रधानमंत्री ने मिश्रा तो अस्तीफा क्यों नहीं लिया। प्रियंका गांधी ने सवाल चुके ने कि प्रधानमंत्री ने आशीष मिश्रा के प्यो अजय टेनी मिश्रा तो अस्तीफा क्यों नहीं लिया। संयुक्त किसान मोर्चा भी पूरे रोह दे विच आ गया है। मोर्चे ने संगीन अपराध का दोषी दसदियां आशीष मिश्रा नूं जमानत देना मंदभागा दस्सिया है। किसान लीडरां ने कहा है कि भारतीय जनता पार्टी पूरी तरह कातलां दा पक्ष पूरदी है, अपराधियों की डट के हमायत करदी है। संयुक्त किसान मोर्चे के लीडरां ने कहा है कि पंजाब के किसानां ते आम लोकां नूं अजिहे दे विच किसान दोखी बीजेपी ते उसदे भाईवाला कैप्टन अमरिंदर सिंह दी पंजाब लोक कांग्रेस अते सुखदेव सिंह ढींडसा दी श्रोमणी अकाली दल संयुक्त दा पूर्ण तौर ते बाईकाट करना चाहिए तां जो इन्हां लोक विरोधी पार्टियां दा पैर पंजाब दी धरती ते ना लग सके। मोर्चे ने किसानां ते पंजाब दे लोकां नूं सद्दा ਦਿੱਤਾ ਕਿ ਉਹ ਬੀਜੇਪੀ ਤੇ ਉਸਦੇ ਭਾਈਵਾਲ ਲੀਡਰਾਂ ਦੇ ਵੱਲੋਂ ਪੰਜਾਬ 'ਚ ਕੀਤੀਆਂ ਜਾ ਰਹੀਆਂ ਰੈਲੀਆਂ, ਬੈਠਕਾਂ ਤੇ ਹਰ ਤਰ੍ਹਾਂ ਦੇ ਪ੍ਰਚਾਰ ਕਰਨ ਦਾ ਪਿੰਡ ਪੱਧਰ ਤੋਂ ਲੈ ਕੇ ਹਰ ਪੱਧਰ ਤੇ ਵਿਰੋਧ ਕੀਤਾ ਜਾਵੇ। ਮੋਰਚੇ ਨੇ ਕਿਹਾ ਕਿ ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਬਿਨਾਂ ਕਿਸੇ ਸਬੂਤ ਦੇ ਹਾਈ ਕੋਰਟ ਨੇ ਇਹ ਕਿਆਸ ਲਾਇਆ ਕਿ ਡਰਾਈਵਰ ਨੇ ਘਬਰਾਹਟ ਵਿੱਚ ਗੱਡੀ ਭੀੜ ਤੇ ਚੜਾ ਦਿੱਤੀ ਹੋਏਗੀ। ਕੋਰਟ ਵੱਲੋਂ ਬਿਨਾਂ ਕਿਸੇ ਤਰਕ ਦੇ ਅੰਦੋਲਨ ਤੇ ਕੀਤੀ ਗਈ ਟਿੱਪਣੀ ਗੈਰ ਵਾਜਿਬ ਹੈ ਤੇ ਜ਼ਮਾਨਤ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਦੇ ਵਿੱਚ ਪੁਤਲੇ ਵੀ ਫੂਕੇ। ਆਸ਼ੀਸ਼ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ। ਜੰਡਿਆਲਾ ਗੁਰੂ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਵੀ ਫੂਕੇ ਗਏ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਧਰੋਹ ਕਮਾਇਆ ਹੈ ਤੇ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਵੀ ਜੰਡਿਆਲਾ ਗੁਰੂ ਦੇ ਵਿੱਚ ਮੋਦੀ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਪੰਜਾਬ ਦੇ ਵਿੱਚ ਉਗਰਾਹਾਂ ਧੜੇ ਦੇ ਵੱਲੋਂ ਸਕੂਲ ਤੇ ਕਾਲਜ ਖੁਲਵਾਉਣ ਦੇ ਲਈ ਲਗਾਤਾਰ ਇੱਕ ਹਫ਼ਤੇ ਰੋਸ ਮੁਜ਼ਾਹਰੇ ਕੀਤੇ ਗਏ। ਉਗਰਾਹਾਂ ਜਥੇਬੰਦੀ ਦੀ ਅਗਵਾਈ ਦੇ ਵਿੱਚ 16 ਜ਼ਿਲ੍ਹਿਆਂ ਦੇ 59 ਸ਼ਹਿਰਾਂ ਤੇ 304 ਪਿੰਡਾਂ ਸਮੇਤ ਕੁੱਲ 363 ਥਾਵਾਂ ਤੇ ਧਰਨੇ ਮੁਜ਼ਾਹਰੇ ਕੀਤੇ ਗਏ 4 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ। ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਵਿਦਿਆਰਥੀ, ਉਹਨਾਂ ਦੇ ਮਾਪੇ ਅਤੇ ਵਿਦਿਅਕ ਸੰਸਥਾਵਾਂ ਦੇ ਸਟਾਫ ਮੈਂਬਰ ਵੀ ਸ਼ਾਮਲ ਹੋਏ। ਇਸ ਵਿਰੋਧ ਹਫ਼ਤੇ ਦੇ ਦਰਮਿਆਨ ਹੀ ਸਰਕਾਰ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਤਾਂ ਖੋਲ੍ਹ ਦਿੱਤੀਆਂ ਸੀ, ਪਰ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਸਕੂਲ ਹਾਲੇ ਤੱਕ ਨਹੀਂ ਖੋਲ੍ਹੇ ਗਏ। ਉਹਨਾਂ ਨੂੰ ਖੁਲਵਾਉਣ ਦੀ ਮੰਗ ਕੀਤੀ ਗਈ। ਕੈਨੇਡਾ ਦੇ ਮੌਂਟਰੀਅਲ ਸ਼ਹਿਰ ਦੇ ਵਿੱਚ 3 ਪ੍ਰਾਈਵੇਟ ਕਾਲਜਾਂ ਦੇ ਅਚਾਨਕ ਬੰਦ ਹੋਣ ਕਾਰਨ ਪੰਜਾਬ, ਹਰਿਆਣਾ ਸਣੇ ਹੋਰਨਾਂ ਸੂਬਿਆਂ ਦੇ 2000 ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਵਿਦਿਆਰਥੀਆਂ ਦੀ ਲੱਖਾਂ ਡਾਲਰਾਂ ਦੀ ਫੀਸ ਵੀ ਫਸ ਗਈ ਹੈ। ਕੈਨੇਡੀਅਨ ਕਾਲਜਾਂ ਤੋਂ ਫੀਸ ਦੀ ਮੰਗ ਕਰਦਿਆਂ ਕੱਲ ਇੰਡੀਅਨ ਮੌਂਟਰੀਅਲ ਸਟੂਡੈਂਟਸ ਆਰਗੇਨਾਈਜੇਸ਼ਨ ਨੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਚੰਡੀਗੜ੍ਹ ਸਥਿਤ ਕੈਨੇਡੀਅਨ ਅੰਬੈਸੀ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਹਨਾਂ ਨੇ ਕੈਨੇਡਾ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਭਰੀ ਗਈ ਫੀਸ ਹੈ ਜਿਹੜੀ ਉਹ ਵਾਪਸ ਕਰਵਾਈ ਜਾਵੇ ਤੇ ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ 1 ਹਫ਼ਤੇ ਦੇ ਵਿੱਚ ਇਸ ਮਾਮਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ। ਕੱਲ ਅਟਾਰੀ ਦੇ ਵਿੱਚ ਸਿੱਖ ਕੌਮ ਦੀ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਇਸ ਮੌਕੇ ਫੌਜੀ ਅਫਸਰਾਂ ਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸਲਾਮੀ ਦਿੱਤੀ ਗਈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੇ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਦੇ ਵਿੱਚ ਬਹਾਦਰੀ ਦੇ ਨਾਲ ਅੰਗਰੇਜ਼ੀ ਫੌਜਾਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਮੌਕੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵੋਟਾਂ ਦੀ ਗੱਲ ਕਰ ਲਈਏ ਤਾਂ ਕੱਲ ਯੂਪੀ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਨੇ ਤੇ ਪਹਿਲੇ ਗੇੜ ਵਿੱਚ 60% ਤੋਂ ਵੱਧ ਪੋਲਿੰਗ ਦਰਜ
ਵਿਰੋਧ ਪ੍ਰਦਰਸ਼ਨ ਕਈ ਦਿਨਾਂ ਤੋਂ ਚੱਲ ਰਹੇ ਨੇ ਤੇ ਨਿਊਜ਼ੀਲੈਂਡ ਦੀ ਸੰਸਦ ਦੇ ਬਾਹਰੋਂ ਦਰਜਨਾਂ ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕਰੋਨਾ ਰੋਕਥਾਮ ਦੇ ਹੁਕਮਾਂ ਦਾ ਵਿਰੋਧ ਕਰ ਰਹੇ ਸੀ। ਸਪੀਕਰ ਦੇ ਹੁਕਮਾਂ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਪ੍ਰਦਰਸ਼ਨਕਾਰੀ ਨਿਊਜ਼ੀਲੈਂਡ ਵਿੱਚ ਅਧਿਆਪਕਾਂ, ਡਾਕਟਰਾਂ, ਨਰਸਾਂ, ਪੁਲਿਸ ਤੇ ਫੌਜੀ ਕਰਮੀਆਂ ਦੇ ਲਈ ਕਰੋਨਾ ਟੀਕਾਕਰਨ ਲਾਜ਼ਮੀ ਕਰਨ ਦਾ ਵਿਰੋਧ ਕਰ ਰਹੇ ਸੀ। ਵਾਤਾਵਰਣ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਨੇ ਹਾਂ। ਕੱਲ ਲੁਧਿਆਣਾ ਦੇ ਵਿੱਚ ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਵੱਲੋਂ ਬੁੱਢਾ ਦਰਿਆ ਦੇ ਕੰਢੇ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਵਿੱਚ ਵਾਤਾਵਰਣ ਚੇਤਨਾ ਮਾਰਚ ਕੱਢਿਆ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਆਮ ਨਾਗਰਿਕਾਂ ਸਮੇਤ ਅਹਿਮ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਨੇ ਸਿਆਸੀ ਲੀਡਰਾਂ ਨੂੰ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਵੀ ਸੌਂਪੀਆਂ। ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਮੌਜੂਦਾ ਹਾਲਤ ਪੰਜਾਬ ਦੇ ਸਾਰੇ ਵਾਤਾਵਰਣ ਦੀ ਸਥਿਤੀ ਨੂੰ ਦਰਸਾਉਂਦੀ ਹੈ। ਸਿਆਸੀ ਧਿਰਾਂ ਨੇ ਕਦੇ ਵੀ ਵਾਤਾਵਰਣ, ਦਰਿਆਵਾਂ, ਹਵਾ, ਧਰਤੀ ਹੇਠਲੇ ਪਾਣੀ ਨੂੰ ਅਹਿਮ ਚੋਣ ਮੁੱਦੇ ਨਹੀਂ ਸਮਝਿਆ। ਇਸ ਕਰਕੇ ਅਸੀਂ ਵੋਟਰਾਂ ਤੱਕ ਪਹੁੰਚ ਬਣਾ ਰਹੇ ਹਾਂ। ਉਧਰ ਕਰਨਾਟਕਾ ਦੇ ਇੱਕ ਕਾਲਜ ਦੀਆਂ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਾਉਣ ਦੇ ਵਿਰੋਧ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗਵਾਈ ਦੇ ਵਿੱਚ ਕੱਲ ਨੂੰ ਪੰਜਾਬ ਦੇ ਵਿੱਚ ਹਿਜਾਬ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਦੇ ਵਿੱਚ ਹਜ਼ਾਰਾਂ ਮੁਸਲਿਮ ਬੀਬੀਆਂ ਸ਼ਾਮਿਲ ਹੋਣਗੀਆਂ। 2 ਦਿਨ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਬਰਫੀਲੇ ਤੂਫਾਨ ਦੇ ਵਿੱਚ ਫਸ ਕੇ ਜਿਹੜੇ ਸਾਡੇ 7 ਫੌਜੀ ਸ਼ਹੀਦ ਹੋ ਗਏ ਨੇ, ਉਹਨਾਂ ਦੇ ਵਿੱਚ ਪੰਜਾਬ ਦਾ ਨੌਜਵਾਨ ਵੀ ਸ਼ਾਮਿਲ ਹੈ। ਬਟਾਲਾ ਦੇ ਪਿੰਡ ਮਸਾਣੀਆਂ ਦਾ ਫੌਜੀ ਜਵਾਨ ਗੁਰਭੇਜ ਸਿੰਘ ਵੀ ਇਸ ਬਰਫੀਲੇ ਤੂਫਾਨ ਦੇ ਵਿੱਚ ਮਾਰਿਆ ਗਿਆ ਹੈ। ਗੁਰਭੇਜ ਦੀ ਉਮਰ ਸਿਰਫ 22 ਸਾਲ ਦੀ ਸੀ। ਗੁਰਭੇਜ 3 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਤੇ ਭਾਰਤ ਚੀਨ ਸਰਹੱਦ ਤੇ ਡਿਊਟੀ ਨਿਭਾ ਰਿਹਾ ਸੀ। ਗੁਰਭੇਜ ਦੇ ਚਾਚਾ ਸੰਪੂਰਨ ਸਿੰਘ ਨੇ ਦੱਸਿਆ ਕਿ ਗੁਰਭੇਜ ਕੁਆਰਾ ਸੀ ਤੇ ਇਸ ਦੀ ਇੱਕ ਭੈਣ ਹੈ। ਸ਼ਹੀਦ ਦਾ ਪਿਤਾ ਵੀ ਸਾਬਕਾ ਫੌਜੀ ਹੈ। ਮ੍ਰਿਤਕ ਦੇ ਅੱਜ ਸ਼ਾਮ ਜਾਂ ਕੱਲ ਨੂੰ ਪਿੰਡ ਮਸਾਣੀਆਂ ਦੇ ਵਿੱਚ ਪਹੁੰਚ ਜਾਵੇਗੀ। ਪੰਜਾਬ ਸਰਕਾਰ ਨੇ 20 ਫਰਵਰੀ ਨੂੰ ਵੋਟਾਂ ਦੇ ਮੱਦੇਨਜ਼ਰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਪੈਣ ਵਾਲੀਆਂ ਵੋਟਾਂ ਵਾਸਤੇ ਪੇਡ ਛੁੱਟੀ ਦੇ ਹੱਕਦਾਰ ਹੋਣਗੇ। ਹਾਲਾਂਕਿ 20 ਫਰਵਰੀ ਨੂੰ ਐਤਵਾਰ ਹੈ, ਇਸ ਕਰਕੇ ਸਰਕਾਰ ਨੇ ਇਹ ਐਲਾਨ ਕੀਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਤੁਹਾਨੂੰ ਦੱਸਦੇ ਹਾਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਹਾਂ ਕਿ ਭਾਰਤ ਸਰਕਾਰ ਨੇ ਨਵੀਆਂ ਕੀ ਹਦਾਇਤਾਂ ਜਾਰੀ ਕੀਤੀਆਂ ਨੇ। ਕੌਮਾਂਤਰੀ ਯਾਤਰੀਆਂ ਦੇ ਲਈ ਸੋਧੇ ਹੋਏ ਨਿਯਮ ਜਾਰੀ ਕੀਤੇ ਗਏ ਨੇ, ਜਿਹੜੇ ਕਿ 14 ਫਰਵਰੀ ਤੋਂ ਲਾਗੂ ਹੋ ਜਾਣਗੇ। ਸਰਕਾਰ ਨੇ ਭਾਰਤ ਦੇ ਵਿੱਚ ਦਾਖਲ ਹੋਣ ਵਾਲੇ ਕੌਮਾਂਤਰੀ ਯਾਤਰੀਆਂ ਦੇ ਲਈ ਵੀਰਵਾਰ ਨੂੰ ਕੋਵਿਡ ਹਦਾਇਤਾਂ ਨਵੀਆਂ ਜਾਰੀ ਕੀਤੀਆਂ ਨੇ। 7 ਦਿਨਾਂ ਦੇ ਲਾਜ਼ਮੀ ਘਰੇਲੂ ਕੁਆਰੰਟਾਈਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਯਾਤਰੀਆਂ ਨੂੰ 8ਵੇਂ ਦਿਨ RT-PCR ਟੈਸਟ ਵੀ ਕਰਵਾਉਣਾ ਪੈਂਦਾ ਸੀ। ਇਸ ਹਦਾਇਤ ਨੂੰ ਵੀ ਵਾਪਸ ਲੈ ਲਿਆ ਗਿਆ ਤੇ ਨਵੀਆਂ ਹਦਾਇਤਾਂ ਤੇ ਨਵੇਂ ਨਿਯਮ 14 ਫਰਵਰੀ ਤੋਂ ਲਾਗੂ ਹੋ ਜਾਣਗੇ, ਜਿਨ੍ਹਾਂ ਦੇ ਮੁਤਾਬਿਕ ਭਾਰਤ ਪਹੁੰਚਣ ਵਾਲੀ ਕਿਸੇ ਵੀ ਉਡਾਨ ਦੇ 2% ਯਾਤਰੀਆਂ ਦਾ ਹਵਾਈ ਅੱਡੇ ਤੇ ਹੀ ਕੋਵਿਡ ਟੈਸਟ ਕੀਤਾ ਜਾਏਗਾ। ਇਹ ਯਾਤਰੀ ਆਪਣੇ ਸੈਂਪਲ ਹਵਾਈ ਅੱਡੇ ਤੇ ਹੀ ਜਮ੍ਹਾਂ ਕਰਵਾ ਕੇ ਹਵਾਈ ਅੱਡੇ ਤੋਂ ਬਾਹਰ ਜਾ ਸਕਦੇ ਨੇ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵਿੱਟਰ ਤੇ ਸਾਂਝੀ ਕੀਤੀ ਹੈ। ਹੁਣ 7 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਥਾਂ ਸਾਰੇ ਕੌਮਾਂਤਰੀ ਯਾਤਰੀਆਂ ਨੂੰ 14 ਦਿਨਾਂ ਦੇ ਲਈ ਖੁਦ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ। ਮੰਤਰੀ ਨੇ ਦੱਸਿਆ ਕਿ ਇਹਨਾਂ ਯਾਤਰੀਆਂ ਨੂੰ ਭਾਰਤ ਪਹੁੰਚਣ ਦੇ 72 ਘੰਟਿਆਂ ਦੇ ਵਿੱਚ ਆਪਣੀ ਨੈਗੇਟਿਵ RT-PCR ਰਿਪੋਰਟ ਅਪਲੋਡ ਕਰਨੀ ਪਵੇਗੀ ਜਾਂ ਉਹ ਜਿਹੜੇ ਮੁਲਕ ਤੋਂ ਆਏ ਨੇ ਉੱਥੋਂ ਦੀ ਉਹਨਾਂ ਨੂੰ ਕਰੋਨਾ ਦੀ ਟੀਕਾਕਰਨ ਦੀ ਪੂਰੀ ਰਿਪੋਰਟ ਦੇਣੀ ਪਏਗੀ। ਸੋ ਇਹ ਨਵੀਆਂ ਹਦਾਇਤਾਂ ਨੇ। 7 ਦਿਨਾਂ ਦਾ ਜਿਹੜਾ ਲਾਜ਼ਮੀ ਘਰੇਲੂ ਇਕਾਂਤਵਾਸ ਉਹ ਖਤਮ ਕਰ ਦਿੱਤਾ ਗਿਆ ਹੈ। 14 ਦਿਨ ਆਪ ਹੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਅਤੇ ਜਿਹੜਾ ਹੈਗਾ 8ਵੇਂ ਦਿਨ RT-PCR ਟੈਸਟ ਜਿਹੜਾ ਤੁਹਾਨੂੰ ਕਰਵਾਉਣਾ ਪੈਂਦਾ ਸੀ ਉਹ ਵੀ ਵਾਪਸ ਲੈ ਲਿਆ ਗਿਆ। ਯਾਨੀ ਕਿ ਕੌਮਾਂਤਰੀ ਯਾਤਰੀ ਭਾਰਤ ਦੇ ਬਾਹਰਲੇ ਮੁਲਕਾਂ ਤੋਂ, ਵਿਦੇਸ਼ੀ ਮੁਲਕਾਂ ਤੋਂ ਜਿਹੜੇ ਵੀ ਲੋਕ ਭਾਰਤ ਆਉਣਗੇ ਉਹਨਾਂ ਦੇ ਲਈ ਇਹ ਰਾਹਤ ਵਾਲੀ ਖਬਰ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਕਰੋਨਾ ਦੇ ਨਾਲ ਜੁੜੀ ਨਵੀਂ ਜਾਣਕਾਰੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਨਾਈਟ ਕਰਫਿਊ ਨੂੰ ਖਤਮ ਕਰ ਦਿੱਤਾ ਹੈ। 12 ਫਰਵਰੀ ਤੋਂ ਬਰਡ ਪਾਰਕ ਅਤੇ ਰੌਕ ਗਾਰਡਨ ਨੂੰ ਖੋਲਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ। UT ਪ੍ਰਸ਼ਾਸਨ ਨੇ ਕਿਹਾ ਹੈ ਕਿ ਮਾਸਕ ਪਹਿਨਣ ਦਾ ਨਿਯਮ ਹੈ ਜਿਹੜਾ ਉਹ ਜ਼ਰੂਰ ਮੰਨਣਾ ਪਵੇਗਾ। ਸਰੀਰਕ ਦੂਰੀ ਹੈ ਜਿਹੜੀ ਉਹ ਵੀ ਜ਼ਰੂਰੀ ਹੋਵੇਗੀ, ਬਣਾ ਕੇ ਰੱਖਣੀ ਹੈ ਤੁਸੀਂ। ਰਾਤ ਨੂੰ 12:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਲੋਕਾਂ ਦੇ ਬਾਹਰ ਨਿਕਲਣ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਬਾਜ਼ਾਰ, ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ, ਬਾਰ, ਸਿਨੇਮਾ
ਸਿਨੇਮਾ ਹਾਲਸ, ਮਲਟੀਪਲੈਕਸ, ਮਿਊਜ਼ੀਅਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ ਹੋਣ, ਜਿਮ ਹੋਣ, ਸਪਾ ਤੇ ਹੈਲਥ ਸੈਂਟਰ, ਉਹਨਾਂ ਤੇ ਹੁਣ ਕੋਈ ਵੀ ਪਾਬੰਦੀ ਨਹੀਂ ਹੈ। ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਖੋਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ ਵਿਦਿਅਕ ਅਦਾਰੇ ਵੀ 14 ਫਰਵਰੀ ਤੋਂ ਮੁੜ ਖੁੱਲ ਜਾਣਗੇ। ਸਕੂਲ, ਕੋਚਿੰਗ ਇੰਸਟੀਚਿਊਟ ਅਤੇ ਸਾਰੇ ਜਿਹੜੇ ਵਿਦਿਅਕ ਅਦਾਰੇ ਨੇ ਉਹ ਹੁਣ 14 ਫਰਵਰੀ ਤੋਂ ਖੁੱਲ ਜਾਣਗੇ। ਇਹ ਚੰਡੀਗੜ੍ਹੀਆਂ ਦੇ ਲਈ ਰਾਹਤ ਵਾਲੀ ਖਬਰ ਹੈ। ਅਗਲੀ ਅਹਿਮ ਖਬਰ ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਮਾਰੇ ਗਏ ਕਿਸਾਨ ਨੇ ਜਿਹੜੇ ਜਾਂ ਫਿਰ ਪੱਤਰਕਾਰ ਸੀ, ਉਹਨਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਹੈ। ਪਰ ਜਿਹੜੇ ਮੁਲਜ਼ਮ ਨੇ, ਮੁੱਖ ਮੁਲਜ਼ਮ, ਉਹਨਾਂ ਨੂੰ ਰਾਹਤ ਮਿਲਣੀ ਜ਼ਰੂਰ ਸ਼ੁਰੂ ਹੋ ਗਈ ਹੈ। ਕਿਸਾਨਾਂ ਨੂੰ ਗੱਡੀ ਦੇ ਨਾਲ ਕੁਚਲਣ ਦੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤ ਆਸ਼ੀਸ਼ ਮਿਸ਼ਰਾ, ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਨੇ ਕਿਹਾ ਕਿ ਸਰਕਾਰੀ ਪੱਖ ਮੌਕਾ ਇਹ ਵਾਰਦਾਤ ਤੇ ਆਸ਼ੀਸ਼ ਮਿਸ਼ਰਾ ਦੀ ਮੌਜੂਦਗੀ ਸਾਬਿਤ ਹੀ ਨਹੀਂ ਕਰ ਸਕਿਆ। ਆਸ਼ੀਸ਼ ਮਿਸ਼ਰਾ ਨੂੰ ਇਸ ਕਰਕੇ ਜ਼ਮਾਨਤ ਦੇ ਦਿੱਤੀ ਗਈ ਹੈ। ਦਰਅਸਲ 3 ਅਕਤੂਬਰ 2021 ਲੰਘਿਆ ਸਾਲ ਜਦੋਂ ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਪਿੰਡ ਦੇ ਵਿੱਚ ਹਿੰਸਕ ਵਾਰਦਾਤ ਹੋਈ ਸੀ। 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਮੰਤਰੀ ਦੇ ਵਿਗੜੈਲ ਕਾਕੇ ਨੇ ਆਪਣੀ ਥਾਰ ਗੱਡੀ ਦੇ ਥੱਲੇ ਦਰੜ ਕੇ ਕੁਚਲ ਕੇ ਮਾਰ ਦਿੱਤਾ ਸੀ। ਇੱਥੇ ਕਿਸਾਨ ਸਿਰਫ ਤੇ ਸਿਰਫ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕਰਨ ਦੇ ਲਈ ਪਹੁੰਚੇ ਸੀ। ਵਿਰੋਧ ਕਰਨ ਤੋਂ ਬਾਅਦ ਵਾਪਸ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਸੀ ਤਾਂ ਇੱਕ ਥਾਰ ਜੀਪ ਨੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕੁਚਲ ਦਿੱਤਾ ਸੀ। ਇਸ ਮਾਮਲੇ ਦੇ ਵਿੱਚ 15 ਤੋਂ ਵੱਧ ਵਿਅਕਤੀਆਂ ਖਿਲਾਫ FIR ਦਰਜ ਕੀਤੀ ਗਈ ਸੀ। ਆਸ਼ੀਸ਼ ਮਿਸ਼ਰਾ ਮੁੱਖ ਮੁਲਜ਼ਮ ਸੀ, ਜਿਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਹੁਕਮਾਂ ਦੇ ਵਿੱਚ ਇਲਾਹਾਬਾਦ ਹਾਈ ਕੋਰਟ ਨੇ ਪੁਲਿਸ ਤੇ ਸਵਾਲ ਖੜੇ ਕੀਤੇ ਨੇ। ਅਦਾਲਤ ਨੇ ਕਿਹਾ ਕਿ FIR ਦੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਗੋਲੀਬਾਰੀ ਕਰਨ ਵਾਲਾ ਦੱਸਿਆ ਗਿਆ ਸੀ, ਪਰ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਸੀ ਤੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆ ਗਈ ਹੈ, ਜਿਸ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਕੀ ਮੰਤਰੀ ਦੇ ਪੁੱਤ ਨੂੰ ਇੱਕ ਤਰਫਾ ਜ਼ਮਾਨਤ ਦਿੱਤੀ ਗਈ ਹੈ। ਦਰਅਸਲ ਇੱਥੇ ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ ਸਾਡੀ ਬੋਲਣ ਦੀ ਵਾਰੀ ਆਈ ਸੀ ਤਾਂ ਇੰਟਰਨੈਟ ਕਨੈਕਸ਼ਨ ਕੱਟਿਆ ਗਿਆ, ਸਾਡੀ ਗੱਲ ਬਿਨਾਂ ਸੁਣੇ ਹੀ ਜ਼ਮਾਨਤ ਦੇ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਕਿਸਾਨ ਲੀਡਰ ਬਲਜਿੰਦਰ ਮਾਨ ਨੇ ਦੱਸਿਆ ਕਿ ਸੁਣਵਾਈ ਦੌਰਾਨ ਜਦੋਂ ਕਿਸਾਨਾਂ ਦੇ ਵਕੀਲ ਦੇ ਨਾਲ ਗੱਲ ਕਰਨ ਦੀ ਵਾਰੀ ਆਈ ਤਾਂ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਜਾਣਬੁੱਝ ਕੇ ਕੱਟਿਆ ਗਿਆ ਜਾਂ ਆਟੋਮੈਟਿਕਲੀ ਕੱਟਿਆ ਗਿਆ, ਇਸ ਬਾਰੇ ਨਹੀਂ ਪਤਾ, ਪਰ ਸੁਣਵਾਈ ਆਨਲਾਈਨ ਸੀ ਪਰ ਸਾਡਾ ਪੱਖ ਨਹੀਂ ਸੁਣਿਆ ਗਿਆ। ਇੱਕ ਤਰਫਾ ਸੁਣਵਾਈ ਤੋਂ ਬਾਅਦ ਹੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਦੇਖਦੇ ਹਾਂ ਕਿ ਅੱਗੇ ਕੀ ਕਰਨਾ ਹੈ। ਲਖੀਮਪੁਰ ਦੇ ਕਿਸਾਨ ਲੀਡਰ ਅਮਨ ਸੰਧੂ ਨੇ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਚੋਣਾਂ ਖਤਮ ਹੁੰਦੇ ਹੀ ਅਜੇ ਟੈਣੀ ਦੇ ਪੁੱਤਰ ਨੂੰ ਜ਼ਮਾਨਤ ਮਿਲ ਗਈ। ਇਸ ਦਾ ਮੁੱਖ ਕਾਰਨ ਸੂਬੇ ਦੇ ਵਿੱਚ ਹੋਰ ਥਾਵਾਂ ਤੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਬਾਹਮਣ ਵੋਟਾਂ ਨੂੰ ਲੈਣਾ ਹੈ, ਬ੍ਰਾਹਮਣ ਜਿਹੜੇ ਵੋਟ ਹੈ ਉਸ ਨੂੰ ਇਕੱਠਾ ਕਰਨਾ ਹੈ। ਇੱਕ ਹੋਰ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਕੇ ਬੀਜੇਪੀ ਨੇ ਆਪਣੇ ਕਫਨ ਦੇ ਵਿੱਚ ਮੇਖ ਤਾਂ ਜ਼ਰੂਰ ਮਾਰ ਦਿੱਤੀ ਹੈ, ਪਰ ਇਹ ਬੀਜੇਪੀ ਨੂੰ ਬੁਰੀ ਤਰ੍ਹਾਂ ਦੇ ਨਾਲ ਮਹਿੰਗਾ ਪਵੇਗਾ। ਦੇਸ਼ ਦੀ ਮਹਾਨ ਗਾਇਕਾ ਤੇ ਭਾਰਤ ਦੀ ਕੋਇਲ ਕਹੀ ਜਾਣ ਵਾਲੀ ਲਤਾ ਮੰਗੇਸ਼ਕਰ ਦੀਆਂ ਅਸਥੀਆਂ ਵੀਰਵਾਰ ਨੂੰ ਗੋਦਾਵਰੀ ਨਦੀ ਦੇ ਤੱਟ ਤੇ ਰਾਮਕੁੰਡ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ। ਉਹਨਾਂ ਦੀ ਭੈਣ ਊਸ਼ਾ ਮੰਗੇਸ਼ਕਰ ਤੇ ਹੋਰ ਰਿਸ਼ਤੇਦਾਰਾਂ ਨੇ ਰਾਮਕੁੰਡ ਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਇਤਿਹਾਸ ਦੀਆਂ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੇ ਸ਼ਹੀਦਾਂ ਦੇ ਬਾਰੇ ਗਲਤ ਸ਼ਬਦਾਵਲੀ ਦਰਜ ਕਰਨ ਦਾ ਮਾਮਲਾ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਦੇ ਵਿੱਚ ਕਿਸਾਨਾਂ ਤੇ ਸਮਾਜ ਸੇਵੀ ਸੰਸਥਾ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਦੱਸਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬਾਂ ਸਕੂਲ ਤੇ ਕਾਲਜ ਦੇ ਵਿੱਚ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਬਹੁਤ ਹੀ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਕਿਤਾਬਾਂ ਦੇ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਸਿਆਸੀ ਵਿਦਰੋਹੀ ਦੱਸਿਆ ਗਿਆ ਹੈ। ਗੁਰੂ ਨਾਨਕ ਸਾਹਿਬ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਗਲਤ ਸ਼ਬਦਾਵਲੀ ਵਰਤੀ ਗਈ ਹੈ। ਜੇਕਰ ਕਿਤਾਬ ਪ੍ਰਵਾਨਿਤ ਨਹੀਂ ਹੈ ਤਾਂ ਫਿਰ ਇਹ ਬਾਜ਼ਾਰ ਦੇ ਵਿੱਚ ਕਿਵੇਂ ਮਿਲ ਰਹੀ ਹੈ? ਇਸ ਦੇ ਪਬਲਿਸ਼ਰ ਤੇ ਲੇਖਕ ਦੇ ਖਿਲਾਫ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਹੋਈ ਹੈ ਤੇ ਇਸ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਥੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ, ਜਿਹੜਾ ਕਿ ਇਨਸਾਫ ਮਿਲਣ ਤੱਕ ਲਗਾਤਾਰ ਜਾਰੀ ਰਹੇਗਾ। ਤੇ ਇਸ ਧਰਨੇ ਨੂੰ ਕਿਸਾਨਾਂ ਦੇ ਨਾਲ ਹੋਰ ਜਿਹੜੇ ਲੋਕ ਹੈਗੇ ਨੇ ਸਿੱਖ ਕੌਮ ਦੇ ਨਾਲ ਸੰਬੰਧਿਤ ਭਾਈਚਾਰਾ ਜਾਂ ਫਿਰ ਗੁਰੂ ਸਾਹਿਬਾਨਾਂ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਲੋਕ ਵੀ ਇਸ ਦੀ ਹਮਾਇਤ ਕਰ ਰਹੇ ਨੇ। ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਆਏ ਤੇ ਉਹ ਵਿਦਰੋਹੀ ਹੋ ਗਏ ਸਨ। ਉਹਨਾਂ ਨੇ ਜਿਹੜਾ ਹਾਂਸੀ ਤੋਂ ਲੈ ਕੇ ਤੇ ਸਤਲੁਜ ਦਾ ਇਲਾਕਾ ਜਿਹੜਾ ਅੰਦਰਲਾ, ਇਸ ਇਲਾਕੇ ਦੇ ਵਿੱਚ
ਬਹੁਤ ਗਦਰ ਮਚਾਇਆ ਔਰ ਉਹਨਾਂ ਨੇ ਚੋਰੀਆਂ ਡਕੈਤੀਆਂ ਜਿਹੜੀਆਂ ਕੀਤੀਆਂ, ਸਰਕਾਰ ਦੇ ਬਾਗੀਆਂ ਨੂੰ ਜਿਹੜੀ ਸੀ ਉਹ ਪਨਾਹ ਦਿੰਦੇ ਸੀ। ਤੇ ਜਦੋਂ ਸਰਕਾਰ ਜਿਹੜੀ ਆ ਉਹ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਬੰਦ ਕਰਦੀ ਹੈ ਵੀ ਤੁਸੀਂ 15 ਦਿਨ ਲਾਓ, ਤੁਸੀਂ 20 ਦਿਨ ਲਾਓ, ਤੁਸੀਂ ਮਹੀਨਾ ਲਾਓ, 2 ਮਹੀਨੇ ਲਾਓ, ਤੁਸੀਂ 6 ਮਹੀਨੇ ਲਾਓ, ਜਿੰਨਾ ਮਰਜ਼ੀ ਸਮਾਂ ਲਾਓ, ਅਸੀਂ ਇੱਥੇ ਬੈਠੇ ਹਾਂ। ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ ਦੋਗੇ ਤੇ ਅੱਗੇ ਸਾਨੂੰ ਇਸ ਚੀਜ਼ ਦੀ ਤਸੱਲੀ ਹੋ ਜਾਏਗੀ ਵੀ ਇਹ ਜਿਹੜਾ ਇਤਿਹਾਸ ਆ ਠੀਕ ਦਰੁਸਤ ਕੀਤਾ ਜਾਏਗਾ ਤੇ ਅਸੀਂ ਚੱਲ ਜਾਾਂਗੇ, ਨਹੀਂ ਤਾਂ ਬੈਠੇ। ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਸੀ। ਮੈਂ 2007 ਤੋਂ ਲੱਗਿਆ ਤੇ ਮੇਰੇ ਨਾਲ ਕੋਈ ਬੰਦਾ ਇੱਕ ਨੂੰ ਵੀ ਤੁਰਨ ਨੂੰ ਤਿਆਰ ਨਹੀਂ ਸੀ, ਇਕੱਲਾ ਹੀ ਰਿਹਾ ਮੈਂ ਹੁਣ ਤੱਕ। ਬੁਲੇਟਿਨ ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਦੇ ਆ ਤੇ ਇਹਨਾਂ ਅਪਡੇਟਸ ਦੇ ਵਿੱਚ ਤੁਹਾਨੂੰ ਇੱਕ ਸਾਡੀ ਖਾਸ ਪੇਸ਼ਕਸ਼ ਦੇ ਬਾਰੇ ਜਾਣਕਾਰੀ ਦੇ ਦਿੰਦੇ ਹਾਂ। ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਹੈ, ਪਰ ਅੱਜ ਸਾਰੀਆਂ ਪਾਰਟੀਆਂ ਇਸ ਮੁੱਦੇ ਨੂੰ ਇਗਨੋਰ ਕਰ ਰਹੀਆਂ ਨੇ। ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲ ਰਹੀਆਂ। ਜ਼ੁਬਾਨ ਦੇ ਵਿੱਚੋਂ ਐਤਕੀ ਨਸ਼ਾ ਗਾਇਬ ਹੈ, ਨਸ਼ੇ ਦਾ ਮੁੱਦਾ ਗਾਇਬ ਹੈ। ਪਰ ਸਾਡੀ ਖਾਸ ਪੇਸ਼ਕਸ਼ ਨਸ਼ਾ ਪੰਜਾਬ ਅਤੇ ਸੱਚਾਈ, ਪੰਜਾਬ ਦੀ ਗਰਾਊਂਡ ਰਿਪੋਰਟ, ਜ਼ਮੀਨੀ ਹਕੀਕਤ ਦੱਸਦੀ ਹੈ। ਇਸ ਰਿਪੋਰਟ ਨੂੰ ਅਸੀਂ ਵੱਖਰੇ ਤੌਰ ਤੇ YouTube ਚੈਨਲ ਅਤੇ Facebook ਤੇ ਅਪਲੋਡ ਕੀਤਾ ਹੈ। ਤੁਸੀਂ ਇਹ ਖਾਸ ਰਿਪੋਰਟ ਜ਼ਰੂਰ ਦੇਖ ਸਕਦੇ ਹੋ ਤੇ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪੋ ਆਪਣੇ ਹਲਕੇ ਦੇ ਉਮੀਦਵਾਰਾਂ ਤੋਂ ਸਵਾਲ ਵੀ ਜ਼ਰੂਰ ਪੁੱਛ ਸਕਦੇ ਹੋ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਸਿਆਸੀ ਖੇਡ ਵੀ ਹੁਣ ਲਗਾਤਾਰ ਭਖਣੀ ਸ਼ੁਰੂ ਹੋ ਗਈ ਹੈ। ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਟਰਵਿਊ ਦੇ ਨਾਲ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਵੀ ਕਰ ਚੁੱਕੇ ਨੇ ਤੇ ਹੁਣ 3 ਦਿਨ ਉਹ ਫੇਰ ਪੰਜਾਬ ਦੇ ਵਿੱਚ ਆਉਣਗੇ। ਪਰ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਦਿੱਤਾ ਹੈ। ਇੱਕੋ ਹੀ ਇੰਟਰਵਿਊ ਵੱਖ-ਵੱਖ ਟੀਵੀ ਚੈਨਲਾਂ ਤੇ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ ਹੈ ਤੇ ਇਸ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਉਸ ਮੁੱਦੇ ਤੇ ਬਿਲਕੁਲ ਨਹੀਂ ਬੋਲੇ ਜਦੋਂ 5 ਜਨਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਆਏ ਸੀ। ਸੁਰੱਖਿਆ ਦੇ ਵਿੱਚ ਕਮੀ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਹੱਲਾ ਗੁੱਲਾ ਮਚਾਇਆ ਸੀ ਬੀਜੇਪੀ ਦੇ ਲੀਡਰਾਂ ਨੇ, ਮੰਤਰੀਆਂ ਨੇ ਤੇ ਸਮਰਥਕਾਂ ਨੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੈਂ ਇਸ ਤੇ ਕੁਝ ਨਹੀਂ ਬੋਲਾਂਗਾ ਕਿਉਂਕਿ ਜਾਂਚ ਦਾ ਮੁੱਦਾ ਹੈ। ਸੋ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਿਆਨ ਦਿੱਤੇ ਨੇ। ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਕੀ ਕੁਝ ਕਿਹਾ ਹੈ ਦੱਸਦੇ ਹਾਂ। ਮੋਦੀ ਨੇ ਕਿਹਾ ਕਿ ਮੈਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਦਰਦ ਨੂੰ ਸਮਝਦਾ, ਮੈਂ ਹਮੇਸ਼ਾ ਉਹਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਕਿਸਾਨਾਂ ਦਾ ਦਿਲ ਜਿੱਤਣ ਵਾਲੀ ਯਾਤਰਾ ਤੇ ਹਾਂ। 3 ਖੇਤੀ ਕਾਨੂੰਨ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਲਿਆਂਦੇ ਸੀ, ਪਰ ਕੁਝ ਕਿਸਾਨਾਂ ਨੂੰ ਮਨਜ਼ੂਰ ਨਾ ਹੋਣ ਕਰਕੇ ਅਸੀਂ ਵਾਪਸ ਲੈ ਲਏ ਕਿਉਂਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਭਲੇ ਲਈ ਕੰਮ ਕੀਤਾ ਹੈ। 14, 16 ਤੇ 17 ਫਰਵਰੀ ਨੂੰ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸਿੱਖਾਂ ਦੇ ਲਈ ਉਹਨਾਂ ਨੇ ਇੱਕ ਖਾਸ ਕਹਾਣੀ ਹੈ ਜਿਹੜੀ ਉਹ ਭਾਰਤ ਵਾਸੀਆਂ ਨੂੰ ਦੱਸੀ ਹੈ, ਖਾਸ ਕਰਕੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ। ਕਹਿੰਦੇ ਮੈਂ ਪੰਜਾਬੀਆਂ ਦੀ ਬਹਾਦਰੀ ਵੇਖੀ ਹੈ। ਅੱਤਵਾਦ ਦੇ ਸਮੇਂ ਸ਼ਾਮ ਤੋਂ ਬਾਅਦ ਕੋਈ ਨਹੀਂ ਸੀ ਨਿਕਲ ਸਕਦਾ। ਮੈਂ ਮੋਗੇ ਜਾਂ ਤਰਨਤਾਰਨ ਦੇ ਵਿੱਚ ਸੀ, ਅਗਲੇ ਸਟੇਸ਼ਨ ਤੇ ਜਾਣਾ ਸੀ। ਪ੍ਰੋਗਰਾਮ ਕਰਕੇ ਮੈਨੂੰ ਦੇਰ ਹੋ ਗਈ ਸੀ, ਮੇਰੇ ਨਾਲ ਡਰਾਈਵਰ ਸੀ। ਬਦਕਿਸਮਤੀ ਨਾਲ ਸਾਡੀ ਕਾਰ ਰਾਹ ਦੇ ਵਿੱਚ ਖਰਾਬ ਹੋ ਗਈ ਸੀ। ਮੇਰੇ ਕੋਲੇ ਇੱਕ ਪੁਰਾਣਾ ਰਾਜਦੂਤ ਹੁੰਦਾ ਸੀ। ਮੈਦਾਨ ਦੇ ਵਿੱਚ 2-3 ਸਰਦਾਰ ਸਨ, ਉਹ ਭੱਜ ਕੇ ਆਏ। ਉਹਨਾਂ ਨੇ ਸਾਡੀ ਕਾਰ ਨੂੰ ਧੱਕਾ ਲਾਉਣ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਇੱਕ ਕੰਮ ਕਰਨ ਦਿਓ। ਉਹ ਮੈਨੂੰ ਤੇ ਮੇਰੇ ਡਰਾਈਵਰ ਨੂੰ ਖੇਤ ਵਿੱਚ ਬਣੀ ਝੌਂਪੜੀ ਦੇ ਵਿੱਚ ਲੈ ਗਏ ਸੀ। ਮੈਨੂੰ ਸੰਭਾਲਿਆ ਤੇ ਫਿਰ ਸਵੇਰੇ ਜਾਣ ਦਿੱਤਾ। ਸਵੇਰੇ ਉਹਨਾਂ ਦੇ ਹੀ ਲੜਕੇ ਨੇ ਮਕੈਨਿਕ ਲੱਭ ਕੇ ਸਾਡੀ ਕਾਰ ਠੀਕ ਕਰਵਾਈ ਤੇ ਫਿਰ ਅਸੀਂ ਆਪਣੇ ਅਗਲੇ ਪੜਾਅ ਦੇ ਲਈ ਰਵਾਨਾ ਹੋਏ। ਸੋ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ ਤੋਂ ਪਹਿਲਾਂ ਦਾ ਇਹ ਇੱਕ ਇੰਟਰਵਿਊ ਹੈ ਜਿਹੜਾ ਕਿ ਵੱਡੇ ਪੱਧਰ ਤੇ ਲੋਕ ਦੇਖ ਵੀ ਰਹੇ ਨੇ। ਇਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਹਰ ਕੋਈ ਪਾਰਟੀ ਗੱਲ ਕਰ ਰਹੀ ਹੈ। ਜਿੱਥੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ, ਆਪਣੀ ਸਰਕਾਰ ਨੂੰ ਕਿਸਾਨਾਂ ਦੇ ਹਮਾਇਤੀ ਦੱਸ ਰਹੇ ਨੇ, ਉੱਥੇ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੀ ਅੰਮ੍ਰਿਤਸਰ ਪਹੁੰਚੇ, ਪ੍ਰੈਸ ਕਾਨਫਰੰਸ ਕੀਤੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਨਿਸ਼ਾਨੇ ਸਾਧੇ ਅਤੇ ਆਪਣੀ ਤਾਰੀਫ ਆਪ ਹੀ ਕੀਤੀ। ਕਹਿੰਦੇ ਮੈਂ ਸੰਸਦ ਦੇ ਵਿੱਚ ਸੀ, ਮੇਰਾ ਫਰਜ਼ ਸੀ ਸੰਸਦ ਵਿੱਚ ਜਾਣਾ ਤੇ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲ ਕੇ ਆਇਆ। ਦੁੱਖ ਦੀ ਗੱਲ ਇਹ ਸੀ ਕਿ ਜਿਸ ਵੇਲੇ ਮੈਂ ਕਿਸਾਨਾਂ ਦੇ ਮੁੱਦੇ ਤੇ ਬੋਲ ਰਿਹਾ ਸੀ, ਭਾਵੇਂ ਗੰਨੇ ਦੇ ਕਿਸਾਨ ਹੋਣ, ਭਾਵੇਂ ਨਰਮੇ ਦੇ, ਭਾਵੇਂ 743 ਕਿਸਾਨੀ ਸੰਘਰਸ਼ ਵਿੱਚ ਹੋਈਆਂ ਮੌਤਾਂ ਬਾਰੇ ਮੈਂ ਬੋਲ ਰਿਹਾ ਹੋਵਾਂ ਜਾਂ ਫਿਰ ਦਰਜ ਹੋਏ ਪਰਚਿਆਂ ਦੇ ਬਾਰੇ, ਜਦੋਂ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਬਾਕੀ ਐਮਪੀ ਉੱਥੇ ਹੈ ਹੀ ਨਹੀਂ ਸਨ, ਸਾਰੇ ਚੋਣਾਂ ਦੇ ਵਿੱਚ ਰੁੱਝੇ ਹੋਏ ਸੀ। ਮੈਂ ਇਕੱਲਾ ਉੱਥੇ ਸੀ। 8 ਕਾਂਗਰਸ ਦੇ, 2 ਪਤੀ ਪਤਨੀ ਕਹਿੰਦੇ ਅਕਾਲੀ ਦਲ ਦੇ ਨੇ, 2 ਬੀਜੇਪੀ ਵਾਲੇ ਨੇ, ਇਹ ਸਾਰੇ ਉੱਥੇ ਨਹੀਂ ਸੀ। ਜਦਕਿ ਚੋਣ ਪ੍ਰਚਾਰ ਛੱਡ ਕੇ ਮੈਂ ਪੂਰਾ ਇੱਕ ਦਿਨ ਸੰਸਦ ਦੇ ਵਿੱਚ ਗਿਆ। ਮੇਰੇ ਲਈ ਕਿਸਾਨਾਂ ਦੇ ਮੁੱਦੇ ਚੁੱਕਣਾ ਵੱਡੀ ਗੱਲ ਹੈ। ਜਿਸ ਵੇਲੇ ਮੈਂ ਬੋਲ ਰਿਹਾ ਸੀ
ਪੰਜਾਬ ਦੇ 12 ਦੇ 12 ਬਾਕੀ ਐਮਪੀ ਉੱਥੇ ਹੈ ਨਹੀਂ ਸੀ। 8 ਕਾਂਗਰਸ ਦੇ, 2 ਹਸਬੈਂਡ ਵਾਈਫ ਅਕਾਲੀ ਦਲ ਤੇ 2 ਬੀਜੇਪੀ ਵਾਲੇ, ਉਹ ਨਹੀਂ ਸੀ ਉੱਥੇ। ਜਦ ਕਿ ਚੋਣ ਪ੍ਰਚਾਰ ਮੈਂ ਇੱਕ ਦਿਨ ਪੂਰਾ ਛੱਡ ਕੇ ਗਿਆ ਤੇ ਪਰ ਮੈਨੂੰ ਇਹ ਚੰਗਾ ਲੱਗਿਆ ਕਿ ਮੇਰਾ ਫਰਜ਼ ਉੱਥੇ ਨਿਭਾਉਣਾ ਹੈ। ਮੇਰੇ ਲਈ ਉਹਨਾਂ ਦੇ ਮੁੱਦੇ ਉਠਾਉਣਾ ਵੱਡੀ ਗੱਲ ਹੈ। ਦੁਨੀਆ ਭਰ ਦੇ ਹੈਵੀਵੇਟ ਚੈਂਪੀਅਨ ਦਾ ਗ੍ਰੇਟ ਖਲੀ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਰਾਣਾ ਯਾਨੀ ਕਿ ਖਲੀ ਨੇ ਬੀਜੇਪੀ ਜੁਆਇਨ ਕਰ ਲਈ ਹੈ। ਬੀਜੇਪੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਤੇ ਬੀਜੇਪੀ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਖਲੀ ਨੇ ਬੀਜੇਪੀ ਨੂੰ ਜੁਆਇਨ ਕੀਤਾ ਹੈ। ਇਸ ਮੌਕੇ ਜਤਿੰਦਰ ਸਿੰਘ ਮੰਤਰੀ ਤੇ ਬੀਜੇਪੀ ਲੀਡਰ ਅਰੁਣ ਸਿੰਘ ਹਾਜ਼ਰ ਸਨ। अगर मैं कोई नाम, कोई ऐसा कोई धन दौलत पैसा, तो मैं WWE पे और अमेरिका पे रहता, मैं वहीं पर था मैं और वहीं रहता मैं। यहाँ पर मेरे ना भारत के प्रति मतलब एक प्यार और एक जो हमारे माननीय प्रधानमंत्री जी जो उन्होंने काम किया है देश के लिए, उसको देख के कि भी मतलब सही प्रधानमंत्री हमारे देश को मिला है और क्यों नहीं मैं भी वापस जाऊं और अपने हिंदुस्तान में और उनके साथ मतलब उनका एक हिस्सा बनूं कहीं ना कहीं, ताकि मतलब हमारा देश और तरक्की कर सके। मतलब ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਸ਼ੁੱਕਰਵਾਰ ਨੂੰ ਧੂਰੀ ਦਾ ਦੌਰਾ ਕਰਨਗੇ। ਭਗਵੰਤ ਮਾਨ ਦੇ ਹਲਕੇ ਵਿੱਚ ਪਹੁੰਚਣਗੇ। ਟਵੀਟ ਕੀਤਾ ਹੈ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿ ਮੈਂ ਸ਼ੁੱਕਰਵਾਰ ਨੂੰ ਆਪਣੀ ਧੀ ਸਣੇ ਧੂਰੀ ਪਹੁੰਚਾਂਗੀ ਤੇ ਆਪਣੇ ਦਿਓਰ ਭਗਵੰਤ ਮਾਨ ਦੇ ਹੱਕ ਵਿੱਚ ਪ੍ਰਚਾਰ ਕਰਾਂਗੀ। ਉਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਸਵਾਗਤ ਵਿੱਚ ਟਵੀਟ ਕੀਤਾ ਹੈ ਕਿ ਹੈ ਭਾਬੀ ਜੀ ਤੁਹਾਡਾ ਸਵਾਗਤ ਹੈ, ਧੂਰੀ ਹਲਕੇ ਦੇ ਲੋਕ ਤੁਹਾਨੂੰ ਉਡੀਕ ਰਹੇ ਨੇ। ਇੱਕ ਹਫ਼ਤੇ ਦੇ ਵਿੱਚ ਦੂਸਰੀ ਵਾਰੀ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਨਵਜੋਤ ਸਿੰਘ ਸਿੱਧੂ ਵੈਸ਼ਨੋ ਦੇਵੀ ਤੋਂ ਵਾਪਸ ਆ ਗਏ ਨੇ ਤੇ ਵਾਪਸ ਆਉਂਦਿਆਂ ਹੀ ਉਹਨਾਂ ਨੇ ਬਿਆਨ ਦਿੱਤੇ ਨੇ ਵਿਕਰਮ ਮਜੀਠੀਆ ਤੇ ਜਿੱਥੇ ਤਿੱਖੇ ਨਿਸ਼ਾਨੇ ਸਾਧੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਨਾਲ ਜਾਣ ਵਾਲੀਆਂ ਸੰਭਾਵਨਾਵਾਂ ਦਾ ਸਵਾਲ ਪੁੱਛੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਝਾੜੂ ਤੋਂ ਉਨਾ ਹੀ ਦੂਰ ਹਾਂ ਜਿੰਨਾ ਜ਼ਮੀਨ ਅਸਮਾਨ ਤੋਂ ਦੂਰ ਹੈ। ਅਕਾਲੀ ਦਲ ਬਾਰੇ ਵੀ ਬੋਲੇ ਕਿ ਅਕਾਲੀ ਦਲ ਦੇ ਲੀਡਰ ਖਾਸ ਕਰਕੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਮੇਰੇ ਤੋਂ ਘਬਰਾਉਂਦੇ ਨੇ, ਸਿੱਧੂ ਤੋਂ ਘਬਰਾਉਂਦੇ ਨੇ ਕਿਉਂਕਿ ਸਿੱਧੂ ਹੀ ਇੱਕੋ ਇੱਕ ਬਦਲਾਅ ਹੈ। ਪ੍ਰਧਾਨ ਮੰਤਰੀ ਦੇ ਇੰਟਰਵਿਊ ਤੇ ਸਵਾਲ ਪੁੱਛਿਆ ਪੱਤਰਕਾਰ ਨੇ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦਾ ਕੋਈ ਵੀ ਪ੍ਰਧਾਨ ਮੰਤਰੀ ਪੰਜਾਬ ਨੂੰ ਇਗਨੋਰ ਕਰ ਹੀ ਨਹੀਂ ਸਕਦਾ, ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਕਦੇ ਵੀ ਨਿਆਂ ਨਹੀਂ ਹੋਇਆ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਸਮੇਤ ਉਹਨਾਂ ਦੀ ਧੀ ਰਾਬੀਆ ਸਿੱਧੂ ਵੀ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਉਧਰ ਵਿਕਰਮ ਮਜੀਠੀਆ ਨੇ ਵੀ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਦੇ ਨਾਲ ਪਖਾਈ ਹੋਈ ਹੈ। ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਵਿਕਰਮ ਮਜੀਠੀਆ ਤੇ ਨਿਸ਼ਾਨਾ ਸਾਧਿਆ। ਜੋ ਸਵਾਲ ਪੁੱਛਿਆ ਕਿ ਵਿਕਰਮ ਮਜੀਠੀਆ ਨੇ ਆਪਣੀ ਸੀਟ ਵੀ ਛੱਡ ਦਿੱਤੀ, ਕੱਲੀ ਸੀਟ ਤੇ ਆ ਗਏ ਨੇ ਲੜਨ, ਤਾਂ ਰਾਬੀਆ ਨੇ ਕਿਹਾ ਸੀ ਕਿ ਉੱਥੇ ਵੀ ਉਹਨਾਂ ਦੀ ਪਤਨੀ ਲੜ ਰਹੀ ਹੈ, ਦੋਨੇ ਸੀਟਾਂ ਮਜੀਠੀਆ ਦੇ ਕੋਲੇ ਨੇ। ਇਹ ਐਵੇਂ ਹੀ ਉਹਨਾਂ ਨੇ ਗੱਲ ਬਣਾਈ ਹੋਈ ਹੈ ਕਿ ਇੱਕ ਸੀਟ ਤੋਂ ਲੜ ਰਹੇ ਨੇ। ਰਾਬੀਆ ਸਿੱਧੂ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਨਸ਼ਾ ਜਾਂ ਨੌਕਰੀ ਦੇ ਵਿੱਚੋਂ ਜੇ ਚੁਣਨਾ ਹੋਵੇ ਤਾਂ ਕਿਹਨੂੰ ਚੁਣੋਗੇ? ਇੱਕ ਚੁਣੋ, ਨੌਕਰੀ ਨੂੰ ਚੁਣੋ ਤੇ ਮੇਰੇ ਪਿਤਾ ਨੂੰ ਵੋਟਾਂ ਦਿਓ। ਨਵਜੋਤ ਸਿੰਘ ਸਿੱਧੂ ਜਿੱਥੇ ਵੈਸ਼ਨੋ ਦੇਵੀ ਪਹੁੰਚੇ ਹੋਏ ਸੀ ਤਾਂ ਵਿਕਰਮ ਮਜੀਠੀਆ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਪਹੁੰਚੇ ਅਤੇ ਵਾਅਦਾ ਕੀਤਾ, ਭਰੋਸਾ ਦਿਵਾਇਆ ਕਿ ਜਦੋਂ ਸਾਡੀ ਸਰਕਾਰ ਆ ਜਾਏਗੀ ਤਾਂ ਸਰਕਾਰ ਦੇ ਖਰਚੇ ਤੇ ਬ੍ਰਾਹਮਣ ਕਲਿਆਣ ਬੋਰਡ ਹੈ ਜਿਹੜਾ ਉਹ ਬਣਾਇਆ ਜਾਊਗਾ ਤੇ ਉਹਨਾਂ ਨੇ ਦਾਅਵਾ ਵੀ ਠੋਕਿਆ ਕਿ ਸਾਡੇ ਗੱਠਜੋੜ ਦੀ ਜਿੱਤ ਹੋਵੇਗੀ। ਸਿੱਧੂ ਤੇ ਨਿਸ਼ਾਨੇ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮੰਤਰੀ ਬਣ ਕੇ ਤੇ ਐਮਪੀ ਬਣ ਕੇ ਵੀ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਕੁਝ ਵੀ ਨਹੀਂ ਸਵਾਰਿਆ। ਸਿੱਧੂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ, ਇਸੇ ਗੱਲ ਦਾ ਲੋਕਾਂ ਦੇ ਮਨਾਂ ਵਿੱਚ ਰੋਸ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹਰ ਵਾਰੀ ਪੰਜਾਬ ਤੇ ਪੰਜਾਬੀਆਂ ਨੂੰ ਧੋਖਾ ਹੀ ਦਿੰਦੀ ਹੈ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵੇ ਤੋਂ ਵੀ ਕਾਂਗਰਸ ਸਰਕਾਰ ਨੇ ਮੂੰਹ ਫੇਰ ਲਿਆ। 36,000 ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਡਾਂਗਾ ਹੀ ਮਾਰੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਲਈ ਅਤੇ ਆਪਣੇ ਪਾਰਟੀ ਦੇ ਉਮੀਦਵਾਰਾਂ ਦੇ ਲਈ ਧੂਆਂਧਾਰ ਪ੍ਰਚਾਰ ਕਰ ਰਹੇ ਨੇ। ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਦੀਨਾਨਗਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ ਵਿੱਚ ਪਿੰਡ ਸਾਹੋਵਾਲ ਦੇ ਵਿੱਚ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕੋਈ ਅਜਿਹੀ ਪਾਰਟੀ ਨਹੀਂ ਜਿਨ੍ਹਾਂ ਨੂੰ ਦਿੱਲੀ ਤੋਂ ਹੁਕਮ ਨਾ ਆਉਂਦਾ ਹੋਵੇ। ਸਾਰੀਆਂ ਪਾਰਟੀਆਂ ਨੂੰ ਦਿੱਲੀ ਚਲਾਉਂਦੀ ਹੈ, ਸਿਰਫ ਤੇ ਸਿਰਫ ਸਾਡੀ ਪਾਰਟੀ ਹੈ ਜਿਹੜੀ ਕਿ ਪੰਜਾਬ ਤੋਂ ਹੀ ਚੱਲਦੀ ਹੈ। ਉਹਨਾਂ ਨੇ ਕਿਹਾ ਕਿ ਉਹ ਉਹੀ ਕੰਮ ਕਰਨਗੇ, ਯਾਨੀ ਕਿ ਦਿੱਲੀ ਦੇ ਰਿਮੋਟ ਤੇ ਚੱਲਣ ਵਾਲੇ ਜਿਹੜੇ ਲੀਡਰ ਨੇ, ਲੋਕ ਨੇ, ਉਹੀ ਕੰਮ ਕਰਨਗੇ ਜੋ ਦਿੱਲੀ ਨੂੰ ਪਸੰਦ ਆਏਗਾ। ਪੰਜਾਬੀਆਂ ਨੂੰ ਪਸੰਦ ਹੋਵੇ ਜਾਂ ਨਾ ਹੋਵੇ ਇਸ ਦਾ ਕੋਈ ਮਤਲਬ ਨਹੀਂ ਬਣਦਾ।
ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਨੇ, ਪਰ ਉਹਨਾਂ ਨੇ ਪੈਸੇ, ਕਾਰਾਂ ਤੇ ਕੋਠੀਆਂ ਲੈ ਕੇ ਟਿਕਟਾਂ ਵੇਚੀਆਂ ਨੇ। 117 ਉਮੀਦਵਾਰਾਂ ਦੇ ਵਿੱਚੋਂ 65 ਉਮੀਦਵਾਰ ਉਹ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕਿ ਦਲ ਬਦਲ ਕੇ ਆਮ ਆਦਮੀ 'ਚ ਪਹੁੰਚੇ ਨੇ ਤੇ ਉਹ ਪੈਸੇ ਦੇ ਕੇ ਹੀ ਟਿਕਟਾਂ ਲੈ ਕੇ ਆਏ ਨੇ। ਕਿ ਅਸੀਂ ਇੱਕ ਨਵੀਂ ਸੋਚ ਲੈ ਕੇ ਆਏ ਹਾਂ। ਟਿਕਟਾਂ ਉਹਨਾਂ ਨੂੰ ਦੇਵਾਂਗੇ, ਕੋਈ ਰਿਕਸ਼ਾ ਚਲਾਉਣ ਵਾਲੇ ਨੂੰ, ਕੋਈ ਦੁਕਾਨ ਚਲਾਉਣ ਵਾਲੇ ਨੂੰ, ਕੋਈ ਰੇਹੜੀ ਚਲਾਉਣ ਵਾਲੇ ਨੂੰ। ਦਿੱਤੀਆਂ ਕਿਹਨੂੰ? 117 ਵਿੱਚੋਂ 65 ਟਿਕਟਾਂ ਦਲ ਬਦਲੂਆਂ ਨੂੰ ਦਿੱਤੀਆਂ, ਜਿਹੜੇ ਅਕਾਲੀ ਦਲ ਨੇ ਕੱਢੇ ਆ ਜਾਂ ਕਾਂਗਰਸ ਨੇ ਕੱਢੇ ਆ। ਮਿੰਟਾਂ 'ਚ ਪੈਸੇ ਦੇ ਕੇ ਟਿਕਟ ਲੈ ਕੇ ਆਏ। ਆਹ ਨਵੀਂ ਸੋਚ ਉਹਨਾਂ ਦੀ ਹੈ। ਔਰ ਰਮਨ ਬਹਿਲ ਨਵੀਂ ਸੋਚ ਉਹਨਾਂ ਦੀ ਹੈ। ਤੁਸੀਂ ਚਾਰੋਂ ਤਰਫ ਦੇਖੋ, ਲੁਧਿਆਣੇ ਸ਼ਹਿਰ ਦੇ ਜਿਹੜੇ 6 ਉਮੀਦਵਾਰ ਆਮ ਆਦਮੀ ਪਾਰਟੀ ਦੇ ਸਾਰੇ ਗੈਂਗਸਟਰ ਹੈ। ਸਨੌਰ ਹਲਕੇ ਦਾ ਪੀਓ ਹੈ, ਕਲੇਮ ਡਿਫੈਂਡਰ ਹੈ, ਜਿਹੜਾ ਆਮ ਆਦਮੀ ਪਾਰਟੀ ਦੇ ਕਹਿੰਦੇ ਕੁਛ, ਕੇਜਰੀਵਾਲ ਤੇ ਕਰਦਾ ਕੁਛ ਹੈ। ਅਕਾਲੀ ਦਲ ਸਮੇਤ ਵਿਰੋਧੀਆਂ ਦੇ ਇਲਜ਼ਾਮ ਦਾ ਜਵਾਬ ਦਿੱਤਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ, ਜਿਹੜੇ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਮੋਹਾਲੀ ਹਲਕੇ ਤੋਂ। ਕੁਲਵੰਤ ਸਿੰਘ ਨੇ ਕਿਹਾ ਕਿ ਸਾਰਾ ਵਿਰੋਧੀਆਂ ਦਾ ਕੂੜ ਪ੍ਰਚਾਰ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਨਾ ਤਾਂ ਟਿਕਟਾਂ ਖਰੀਦੀਆਂ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਾਂ ਕਿਸੇ ਹੋਰ ਲੀਡਰ ਨੇ ਟਿਕਟਾਂ ਵੇਚੀਆਂ ਨੇ। नहीं किसी पैसा बहुत का मतलब ये नहीं भी मैं सुट रहे हैं, मतलब कोई यही जी गल नहीं हैगी। मैं मतलब योग सी, मेरे सर्कल सी मेरा बड़ा, पार्टी ने वो देख के मैंने टिकट दी है भी मैं पार्टी की सीट जित के पार्टी की झोली पा सकदा है। ते जेड़ा ये प्रचार है, कूड़ प्रचार है, जेड़ा विरोधियों का प्रचार है भी पैसे दे के लई है जा क्या कहने होर किसी किस्म का इदां तो कुछ नहीं हैगा। जिहड़ी टिकट दी है पार्टी ने मेरे कम्मा कारां नूं देख के ते मेरे सर्कल नूं देख के दी है भी ये पार्टी की सीट झोली पा सकदा। ਕੁਲਵੰਤ ਸਿੰਘ ਇਸ ਵਕਤ ਪੰਜਾਬ ਦੇ ਸਾਰੇ ਉਮੀਦਵਾਰਾਂ ਦੇ ਵਿੱਚੋਂ ਸਭ ਤੋਂ ਅਮੀਰ ਉਮੀਦਵਾਰ ਨੇ। ਪੰਜਾਬ ਦੇ ਵਿੱਚ ਜੋ ਅੰਕੜੇ ਦਿੱਤੇ ਗਏ ਨੇ, ਜੋ ਐਫੀਡੇਵਿਟ ਦਿੱਤੇ ਨੇ ਇਹਨਾਂ ਉਮੀਦਵਾਰਾਂ ਨੇ, ਉਹਨਾਂ ਦੇ ਵਿੱਚੋਂ ਬੜੀ ਹੈਰਾਨੀ ਦੀ ਗੱਲ ਹੈ ਕਿ ਬਾਦਲਾਂ ਨਾਲੋਂ ਵੀ ਵੱਧ ਅਮੀਰ ਇਸ ਵਕਤ ਕੁਲਵੰਤ ਸਿੰਘ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਤੇ ਵੀ ਖੂਬ ਨਿਸ਼ਾਨੇ ਕੱਸੇ। ਚੰਨੀ ਭਗਵੰਤ ਮਾਨ ਤੇ ਨਿਸ਼ਾਨੇ ਕੱਸਦੇ ਰਹਿੰਦੇ ਨੇ ਤੇ ਭਗਵੰਤ ਮਾਨ ਚੰਨੀ ਨੂੰ ਨਹੀਂ ਛੱਡਦੇ। ਉਹਨਾਂ ਕਿਹਾ ਕਿ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਮਿਲਦੇ ਨੇ, ਚੰਨੀ ਖੁਦ ਨੂੰ ਗਰੀਬ ਕਿਵੇਂ ਦੱਸ ਸਕਦੇ ਨੇ। ਚੰਨੀ ਨੇ ਆਪਣੇ 111 ਦਿਨਾਂ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਲੁੱਟ ਕੇ ਕਰੋੜਾਂ ਰੁਪਏ ਕਮਾਏ ਨੇ। ਭਗਵੰਤ ਮਾਨ ਨੇ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਡੋਰ ਟੂ ਡੋਰ ਡਿਜੀਟਲ ਐਪ ਲਾਂਚ ਕਰ ਦਿੱਤੀ ਹੈ। ਆਪ ਦੀ ਚੋਣ ਮੁਹਿੰਮ ਦਾ ਇੱਕ ਹੋਰ ਗੀਤ ਵੀ ਲਾਂਚ ਕੀਤਾ ਗਿਆ। ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਵੀ ਕੇਸ ਦਰਜ ਹੋਇਆ ਹੈ। ਪਠਾਨ ਮਾਜਰਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਚੋਣ ਕਮਿਸ਼ਨ ਤੋਂ ਜਾਣਕਾਰੀ ਲੁਕੋਈ ਸੀ। ਉਸ ਨੂੰ ਚੈੱਕ ਬਾਉਂਸ ਦੇ ਮਾਮਲੇ ਵਿੱਚ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ, ਪਰ ਉਸਨੇ ਆਪਣੀ ਐਫੀਡੇਵਿਟ ਦੇ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ। ਸ਼ੁੱਕਰਵਾਰ ਨੂੰ ਜਿੱਥੇ ਅਰਵਿੰਦ ਕੇਜਰੀਵਾਲ ਦੀ ਪਤਨੀ ਧੂਰੀ ਦੇ ਵਿੱਚ ਭਗਵੰਤ ਮਾਨ ਦੇ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚਣਗੇ, ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਪਤੀ ਅਰਵਿੰਦ ਕੇਜਰੀਵਾਲ ਵੀ 11 ਫਰਵਰੀ ਨੂੰ ਪੰਜਾਬ ਪਹੁੰਚ ਰਹੇ ਨੇ। ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਦੇ ਵਿੱਚ ਹੀ ਭਗਵੰਤ ਮਾਨ ਦੀ ਜਨ ਸਭਾ ਦੇ ਵਿੱਚ ਸ਼ਾਮਿਲ ਹੋਣਗੇ। ਉਧਰ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਇੱਕ ਪ੍ਰਿਯੰਕਾ ਗਾਂਧੀ ਵੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ 13 ਫਰਵਰੀ ਨੂੰ ਪੰਜਾਬ ਪਹੁੰਚਣਗੇ। ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਉਹ ਬੀਜੇਪੀ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ 13 ਫਰਵਰੀ ਨੂੰ ਪੰਜਾਬ ਆਉਣਗੇ, ਪਟਿਆਲਾ ਦੇ ਵਿੱਚ ਪਹੁੰਚਣਗੇ। ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਵਾਲੇ ਦਿਨ ਯਾਨੀ ਕਿ 20 ਫਰਵਰੀ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਉਸ ਦਿਨ ਸਰਕਾਰੀ ਛੁੱਟੀ ਰਹੇਗੀ। ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਫ਼ਤਰ ਨਹੀਂ ਖੁੱਲਣਗੇ, ਵਿਦਿਅਕ ਅਦਾਰੇ ਵੀ ਬੰਦ ਰਹਿਣਗੇ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।